चेहरे से पर्दा जो उठाया शर्म से, छू लिए थे हाथ उसके नर्म से। पूछती थी कहकशां कौन है सबसे हंसी, बेखुदी में जाने क्यों तेरा नाम ले लिया। वॉइस ऑफ इंडिया स्टूडियो में मैं हूँ योगराज गुप्ता। आप सबको मेरा आदाब, नमस्कार और प्यार भरी सत श्री अकाल। स्टूडियो में मेरे साथ तशरीफ फरमाए जनाब एम पी सिंह, आपका भी वॉइस ऑफ इंडिया स्टूडियो में हम हार्दिक स्वागत करते हैं। ਮਿਹਰਬਾਨੀ ਗੁਪਤਾ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸ਼ੇਅਰ ਕਿਹਾ, ਦੁਬਾਰਾ ਜਿਹੜਾ ਮੈਂ ਸੁਣਨਾ ਚਾਹੁੰਦਾ ਪਹਿਲੀ ਲਾਈਨ। चेहरे से पर्दा जो उठाया शर्म से। ਬਸ ਜੀ, ਇੱਥੇ ਚਿਹਰੇ ਤੋਂ ਤੁਸੀਂ ਸ਼ਰਮਾ ਕੇ ਪਰਦਾ ਚੁੱਕਿਆ। ਗੁਪਤਾ ਜੀ, ਮੈਂ ਅੱਜ ਪਰੇਸ਼ਾਨ ਹੋਇਆ ਇਸ ਕਰਕੇ ਕਿ ਮੈਨੂੰ ਲਗਾਤਾਰ 4 ਘੰਟੇ ਮਾਸਕ ਲਾ ਕੇ ਰੱਖਣਾ ਪਿਆ। ਲਗਾਤਾਰ। तो अपनी सेफ्टी आपकी। ਨਹੀਂ ਨਹੀਂ, ਮੈਂ ਦੱਸਾਂ, ਲਗਾਤਾਰ 4 ਘੰਟੇ ਮਾਸਕ ਲਾਇਆ ਮੈਂ, ਔਰ ਮੈਨੂੰ ਲੱਗਾ ਕਿ ਮੇਰਾ ਦਮ ਘੁੱਟੂਗਾ। ਇਹ ਤਾਂ ਜਿਹੜਾ ਇਸ ਤਰੀਕੇ ਨਾਲ ਮੈਂ ਅਸਲ 'ਚ ਹੈਬਚੁਅਲ ਨਹੀਂ ਹੈਗਾ। ਉਂਝ ਤਾਂ ਇਹ ਹੁੰਦਾ ਕਿ ਤੁਸੀਂ ਜਦੋਂ ਕਿਤੇ ਜਾਂਦੇ ਹੋ ਤੇ ਤੁਹਾਨੂੰ ਮਾਸਕ ਲਾਉਣਾ ਜਿਹੜਾ ਉਹ ਜ਼ਰੂਰੀ ਹੈ, ਮੈਂਡੇਟਰੀ ਹੈਗਾ। ਪਰ ਤੁਸੀਂ ਜੇ ਕਹੋ ਜੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਣਾ ਵੀ ਕਿਤੇ ਨਹੀਂ, ਘਰੇ ਬੈਠੇ ਰਹਿਣਾ ਅੰਦਰ ਆਪਣੇ ਕਮਰੇ 'ਚ, ਤੇ ਫਿਰ ਵੀ ਮਾਸਕ ਲਾ ਕੇ ਰੱਖਣਾ, ਇਟਸ ਨਾਟ ਪੋਸੀਬਲ। ਇਹ पॉसिबल भी है नहीं, तो ठीक भी नहीं है। ठीक है जी। नहीं, जो लोग बैंक में काम करते हैं वो ऑन ड्यूटी हैं, उनको तो बैठना ही पड़ता है। नहीं, पर ऑन ड्यूटी जो इन्ना टाइम नहीं ना, वो ਵਿੱਚੋਂ टाइम ਉਹਨਾਂ ਨੂੰ ਮਿਲਦਾ, टी ब्रेक ਹੁੰਦੀ ਆ, लंच ब्रेक वही ऑफ है ना। इतना दुकानों पे भी जो लोग हैं काम करते हैं। पर मैं कुछ ਹੋਰ ਕਿਸੇ ਗੱਲ ਕਰਨ ਵਾਸਤੇ ਤੁਹਾਡੇ ਨਾਲ ਇਹ ਸਬਜੈਕਟ ਸ਼ੁਰੂ ਕੀਤਾ ਸੀ। ਅੱਛਾ। ਉਹ ਵੀ ਸਾਡੇ ਕਲਚਰ ਦੇ ਵਿੱਚ ਔਰਤਾਂ ਝੁੰਡ ਕੱਢਦੀਆਂ ਹੁੰਦੀਆਂ ਸੀ। ਠੀਕ ਹੈ ਜੀ। ਉਹ ਆਪਣੇ ਵੱਡਿਆਂ ਤੋਂ ਸਸੁਰਾਲ ਵਿੱਚ ਜਾ ਕੇ ਆਪਣੇ ਸਹੁਰੇ ਕੋਲੋਂ ਵੀ, ਜੇਠਾਂ ਕੋਲੋਂ ਵੀ, ਚਾਚਿਆਂ ਤਾਇਆਂ ਕੋਲੋਂ ਵੀ, ਜੇ ਪਿੰਡਾਂ ਵਿੱਚ ਰਹਿਣ ਵਾਲੀਆਂ ਤਾਂ ਸਾਰੇ ਪਿੰਡ ਕੋਲੋਂ ਹੀ ਝੁੰਡ ਕੱਢਦੀਆਂ। ਇਹ ਕਿਵੇਂ ਬਰਦਾਸ਼ਤ ਕਰਦੀਆਂ ਹੋਣਗੀਆਂ ਉਹ ਝੁੰਡ ਕੱਢੀ ਰੱਖਣਾ, ਨੀਵੀਂ ਪਾ ਕੇ ਤੁਰਨਾ? ਉਹ ਤਾਂ ਟ੍ਰੈਡੀਸ਼ਨ ਹੈ। ਨਹੀਂ, ਟ੍ਰੈਡੀਸ਼ਨ ਹੋਣੀ ਹੋਰ ਗੱਲ ਹੈ। ਜੇ ਮਤਲਬ ਬੰਦਿਆਂ ਨੂੰ ਵੀ ਝੁੰਡ ਕੱਢਣਾ ਪਵੇ ਤਾਂ ਨਹੀਂ ਨਾ ਪੋਸੀਬਲ ਹੈਗਾ। ਇਹ ਉਹਨਾਂ ਦੇ ਕਲਚਰ ਨੇ ਮਜਬੂਰ ਕਰਤਾ, ਟ੍ਰੈਡੀਸ਼ਨਸ ਨੇ ਮਜਬੂਰ ਕਰਤਾ ਕਿਸ ਤਰੀਕੇ ਨਾਲ। ਅੱਜ ਉਹ ਮਜਬੂਰੀ ਸਾਡੀ ਲੋਕਾਂ ਸਾਰਿਆਂ ਦੀ ਬਣ ਗਈ। ਜਿਹੜੀ ਗੱਲ ਮੈਂ ਉੱਧਰ ਲੈ ਕੇ ਆਉਣੀ ਚਾਹੁੰਦਾ ਸੀਗਾ, ਸਾਡੀ ਸਾਰਿਆਂ ਦੀ ਮਜਬੂਰੀ ਬਣ ਗਈ ਕਿ ਅਸੀਂ ਆਪਦਾ ਫੇਸ ਜਿਹੜਾ ਉਹ ਕਵਰ ਕਰਕੇ ਰੱਖੀਏ ਜਦੋਂ ਅਸੀਂ ਬਾਹਰ ਨਿਕਲਦੇ, ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ। ਠੀਕ ਹੈ ਜੀ। ਜਦੋਂ ਅਸੀਂ ਕਿਸੇ ਜਗ੍ਹਾ ਜਾਂਦੇ ਤਾਂ ਅਸੀਂ ਆਪਣੇ ਹੱਥ ਵੀ ਸੈਨੀਟਾਈਜ਼ਰ ਕਰਕੇ ਜਾਣਾ ਹੁੰਦਾ। ਔਰ ਉਹ ਆਫਿਸ ਸਾਰੇ, ਭਾਵੇਂ ਉਹ ਪ੍ਰਾਈਵੇਟ ਹੈ ਭਾਵੇਂ ਸਰਕਾਰੀ ਹੈ, ਜਦੋਂ ਤੁਸੀਂ ਆਪਣੀ ਚੇਅਰ ਛੱਡਦੇ ਹੋ ਤੇ ਉਹਨਾਂ ਦੀ ਡਿਊਟੀ ਹੈ ਕਿ ਉਹ ਚੇਅਰ ਨੂੰ ਵੀ ਸੈਨੀਟਾਈਜ਼ ਕਰਨੀ ਹੈਗੀ। ਇਹ ਇੱਕ ਚੰਗਾ ਇਸ਼ੂ ਹੈ ਸਭੀ ਕੇ। ਇਹ ਬਹੁਤ ਵਧੀਆ ਗੱਲਾਂ ਹੈਗੀਆਂ। ਇੱਕ ਵਧੀਆ ਗੱਲ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਜੀ। ਉਹ ਹੈਗੀ ਜੀ ਗੱਲ ਕਿ MPI ਨੇ ਬਹੁਤ ਸਾਰੇ ਲੋਕਾਂ ਨੂੰ ਚੈੱਕ ਭੇਜੇ ਜੀ। ਬਿਲਕੁਲ। ਤੁਹਾਨੂੰ ਵੀ ਆਏ? ਹਾਂਜੀ। ਕਿੰਨੇ ਦਾ ਆਇਆ ਚੈੱਕ ਤੁਹਾਨੂੰ? 350 ਕੇ ਆਏ। 2 ਨਹੀਂ, ਇੱਕ ਚੈੱਕ ਕਿੰਨੇ ਦਾ ਆਇਆ? 101 ਇੱਕ ਆਇਆ। 101 ਦਾ। ਮੈਂ ਜਾਣਬੁੱਝ ਕੇ ਤੁਹਾਨੂੰ ਪੁੱਛਿਆ ਵੀ ਕਿੰਨੇ ਦਾ ਆਇਆ। 101 ਲੱਗਦਾ ਵੀ ਇਹ ਤਾਂ ਸ਼ਗਨਾਂ ਦਾ ਚੈੱਕ ਹੁੰਦਾ। ਸ਼ਗਨ ਹੀ ਦਿਆ ਹੋਗਾ ਸ਼ਾਇਦ। ਹਾਂ, ਪਿੰਡਰ ਨੂੰ ਵੀ ਆਇਆ $11 ਦਾ। ਅੱਛਾ, 11 ਉਹ ਵੀ ਸ਼ਗਨ ਦਾ ਹੀ ਚੈੱਕ ਹੈ। ਇਹ ਕਿਉਂ ਆਏ ਜੀ? ਤੁਹਾਨੂੰ ਇਹਦੇ ਬਾਰੇ ਕਿੰਨੀ ਜਾਣਕਾਰੀ ਹੈ ਜੀ? जानकारी जहाँ तक मेरी समझ है कि कोविड की वजह से बहुत से लोग घरों में काम कर रहे हैं। मैनी पीपल आर वर्किंग फ्रॉम होम। सड़कों में, स्कूल में बंद थे, रश कम था, आमदरफ्त कम थी, गाड़ियाँ भी कम थी सड़कों पे, और जो गाड़ी नहीं चलेगी तो एक्सीडेंट भी नहीं होंगे। ठीक है ना। तो MPI हैड लॉट ऑफ प्रॉफिट उसमें। नहीं, प्रॉफिट ਸੀ ਜਾਂ ਉਹਨਾਂ ਨੇ कोविड करके अपनी प्रीमियम घटा ਦਿੱਤਾ? ना, प्रीमियम नहीं कम किया। जो उन्होंने प्रॉफिट किया उन्होंने शेयर किया है। प्रीमियम होना ही लिया। प्रीमियम वही था जो सभी दे रहे हैं, वही प्रीमियम में कम नहीं किया। अच्छा जी। जो उनको प्रॉफिट गेन हुआ, लैक ऑफ एक्सीडेंट जो कम हुए, कितने क्लेम नहीं हुए, तो उन्होंने सरप्लस जो था उन्होंने वो शेयर किया है लोगों को। ਚੰਗੀ ਗੱਲ ਹੈ ਜੀ। ਸਰਕਾਰ ਕਿੰਨਾ ਵਧੀਆ ਮਹਿਕਮਾ ਕਿ ਜੇ ਉਹਨਾਂ ਨੂੰ ਪ੍ਰੋਫਿਟ ਹੋਇਆ ਤੇ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕਰ ਲਿਆ। ਜੇ ਲਾਸ ਹੁੰਦਾ ਤੇ ਫਿਰ ਤੁਹਾਨੂੰ ਉਹਨਾਂ ਨੇ ਪ੍ਰੀਮੀਅਮ ਵਧਾ ਦੇਣਾ ਸੀਗਾ। तो सिटी क्या करती है? प्रॉपर्टी टैक्स का क्या है? उसका बर्फ पड़े ना पड़े, हाँ, वो तो देना ही पड़ना। हाँ जी, हाँ जी, हाँ जी, वो तो देना ही पड़ना। स्नो रिमूवल के बाद सिटी को ज़्यादा कास्ट करते हैं। ਤੁਸੀਂ ਸਿਟੀ 'ਚ ਪ੍ਰੋਪਰਟੀ ਟੈਕਸ ਦੀ ਗੱਲ ਕੀਤੀ ਜੀ। ਤਾਂ ਜੀ ਸਾਰੇ ਲੋਕ ਪ੍ਰੋਪਰਟੀ ਟੈਕਸ ਦਿੰਦੇ ਆ। ਪ੍ਰੋਪਰਟੀ ਟੈਕਸ ਦੇ 2 ਪਾਰਟ ਹੈ। ਇੱਕ ਤਾਂ ਜਿਹੜਾ ਸਕੂਲ ਟੈਕਸ ਵਿੱਚ ਹੈਗਾ, ਇੱਕ ਸਿਟੀ ਨੂੰ ਜਾਂਦਾ। ਚਾਹੇ ਆਪਕੇ ਬੱਚੇ ਸਕੂਲ में जाते हैं नहीं जाते हैं, एवरीबॉडी। हाँ जी, ਉਹ ਗਏ ਤਾਂ ਸੀ ਕਿਸੇ ਸਮੇਂ 'ਚ ਗਏ ਹੀ ਸੀਗੇ। ਬਿਲਕੁਲ। ਤੇ ਜਾਂ ਇਨ ਫਿਊਚਰ ਜਾਣਗੇ, ਗ੍ਰੈਂਡ ਕਿਡਸ ਜਾਣਗੇ। ਠੀਕ ਹੈ ਜੀ। ਤੇ ਉਹ ਟੈਕਸ ਤਾਂ ਤੁਹਾਨੂੰ ਦੇਣਾ ਹੀ ਪੈਣਾ ਹੈ। ਠੀਕ ਹੈ ਜੀ। ਪਰ ਇਹਦੇ ਨਾਲ ਸਿਟੀ ਦੀਆਂ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੇ। स्नो रिमूवल सिटी में, साइड वॉक पे। बिल्कुल सही है। ਹੁਣ ਦੇਖੋ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਜੀ।
ਇਹ ਤੁਸੀਂ ਸਨੋ ਰਿਮੂਵਲ ਦੀ ਗੱਲ ਕੀਤੀ ਹੈਗੀ ਆ, ਆਪਾਂ ਪਹਿਲਾਂ ਵੀ ਇੱਕ ਵਾਰੀ ਸ਼ਾਇਦ ਗੱਲ ਕੀਤੀ ਸੀਗੀ ਕਿ ਜਿਹੜਾ ਏਰੀਆ ਹੁੰਦਾ ਇੰਟੀਰੀਅਰ ਜਿਹੜਾ ਮੇਨ ਰੋਡ ਤੋਂ ਸੜਕ ਤੋਂ ਜਿਹੜੀ ਹੈਗੀ ਆ ਪ੍ਰਾਇੋਰਟੀ ਬੇਸਿਸ ਤੇ ਸਨੋ ਰਿਮੂਵ ਹੋ ਜਾਂਦੀ ਹੈ। ਜੋ ਬੱਸ ਰੂਟ ਹੈ ਉਹ ਪਹਿਲੇ ਕਰਤੇ ਹਨ, ਬਿਲਕੁਲ। ਉਸ ਤੋਂ ਇਹਨਾਂ ਨੇ ਸੜਕਾਂ ਬਣਾਈਆਂ ਹੋਈਆਂ ਜੀ, ਫਰਸਟ ਪ੍ਰਾਇੋਰਟੀ ਕਿਹੜੀ ਆ, ਸੈਕੰਡ ਕਿਹੜੀ ਆ, ਥਰਡ ਕਿਹੜੀ ਆ। ਔਰ ਤੁਸੀਂ ਦੇਖੋ ਇਸ ਵਾਰੀ ਵੀ ਗੁਪਤਾ ਜੀ ਬਿਨਾਂ ਸ਼ੱਕ ਸਨੋ ਪਿਛਲੇ ਸਾਲਾਂ ਦੇ ਮੁਕਾਬਲੇ 'ਚ ਇਸ ਵਾਰੀ ਘੱਟ ਹੈ। ਠੰਡ ਨਹੀਂ ਘੱਟ, ਠੰਡ ਉਨੀ ਹੈ, ਯਾਨੀ ਸਨੋਫਾਲ ਘੱਟ ਹੋਈ ਹੈ, ਠੀਕ ਹੈ ਜੀ। ਤੇ ਜਿਹੜੇ ਬੈਕ ਲੇਨ ਹੁੰਦੀ ਹੈ ਉਹ ਕਦੀ ਹੋਈ ਨਹੀਂ ਕਲੀਨ, ਉਹ ਤਾਂ ਪਹਿਲਾਂ ਵੀ ਨਹੀਂ ਕਦੀ ਹੋਈ ਸੀ, ਇਸ ਵਾਰੀ ਵੀ ਨਹੀਂ ਹੋਈ। ਲੋਕਾਂ ਦਾ ਲੰਘਣਾ ਉੱਥੋਂ ਬੈਕ ਲੋਨ ਤੇ ਲੰਘਦੇ ਲੋਕੀ ਹੋਈ ਹੈ, ਲੇਕਿਨ ਬਹੁਤ ਬਾਅਦ में बहुत काफी ਨਹੀਂ ਜੀ। ਇਸ ਵਾਰੀ ਤਾਂ ਹੋਈ ਨਹੀਂ, ਇਸ ਵਾਰੀ ਨਹੀਂ ਹੋਈ, ਬੈਕ ਲੇਨ ਸਾਫ਼ ਨਹੀਂ ਹੋਈ। ਅਭੀ ਤੱਕ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੈ ਸਾਡੇ ਕੋਲ ਕਿ ਉਹ ਕਹਿੰਦੇ ਜੀ ਬੈਕ ਲੇਨ ਸਾਫ਼ ਨਹੀਂ ਕੀਤੀ ਜਾਂਦੀ। ਇਹ ਬਹੁਤ ਧਿਆਨ ਦੇਣ ਦੀ ਲੋੜ ਹੈ। ਹੁਣ ਤੁਸੀਂ ਦੇਖੋ ਵਿੰਟਰ ਦੇ ਵਿੱਚ ਸਨੋ ਪਈ ਹੋਣ ਕਰਕੇ ਲੋਕਾਂ ਦਾ ਲੰਘਣਾ ਔਖਾ ਹੁੰਦਾ, ਤੇ ਬੈਕ ਲੇਨ ਤੇ ਉੱਤੇ ਸਨੋ ਕਿੰਨੀ ਹੁੰਦੀ ਹੈ, ਗੱਡੀਆਂ ਕੱਢਣੀਆਂ ਕਈ ਵਾਰੀ ਔਖੀਆਂ ਹੋ ਜਾਂਦੀਆਂ, ਠੀਕ ਹੈ ਜੀ। ਦੂਸਰਾ ਨਾਲ ਦੀ ਨਾਲ ਕੀ ਹੁੰਦਾ, ਸਮਰ ਦੇ ਵਿੱਚ ਉਂਝ ਸੜਕਾਂ ਟੁੱਟੀਆਂ ਹੁੰਦੀਆਂ ਹੈ ਜੀ, ਜਾਂ ਉਹਦੀ ਰਿਪੇਅਰ ਨਹੀਂ ਹੁੰਦੀ ਜਲਦੀ। ਇਹ ਗੱਲਾਂ ਟ੍ਰੈਫਿਕ ਕਾਫੀ ਕਮ ਹੋਈ। ਇਹ ਗੱਲਾਂ ਜਿਹੜੀਆਂ ਗੁਪਤਾ ਜੀ ਆਪਾਂ ਕਰ ਰਹੇ ਨਾ ਜੀ, ਅਸਲ ਵਿੱਚ ਜਨਰਲ ਪਬਲਿਕ ਦੀ ਕੰਪਲੇਂਟ ਹੈ, ਠੀਕ ਹੈ ਜੀ। ਇਹਦੇ ਤੇ ਸਿਟੀ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ, ਸਿਟੀ ਐਡਮਿਨਿਸਟ੍ਰੇਸ਼ਨ ਨੂੰ ਵੀ, ਔਰ ਜਿਹੜੇ ਸਿਟੀ ਕਾਉਂਸਲਰ ਹੈ, ਬਿਲਕੁਲ ਠੀਕ ਹੈ। ਕਾਉਂਸਲਰ ਆਫਟਰ ਆਲ ਅਸੀਂ ਉਹਨਾਂ ਨੂੰ ਇਲੈਕਟ ਕੀਤਾ, ਉਹਨਾਂ ਨੂੰ ਇਲੈਕਟ ਇਸ ਕਰਕੇ ਨਹੀਂ ਕੀਤਾ ਵੀ ਉਹ ਆਪਦੇ ਆਫਿਸ 'ਚ ਜਾ ਕੇ ਬੈਠਣ ਤੇ ਜਿਹੜੀਆਂ ਸੁੱਖ ਸਹੂਲਤਾਂ ਉਹਨਾਂ ਨੂੰ ਮਿਲੀਆਂ ਹੈਗੀਆਂ, ਤਨਖਾਹ ਮਿਲਦੀ ਆ, ਉਹਨਾਂ ਨੂੰ PA ਮਿਲਦੇ ਆ, ਉਹਨਾਂ ਨੂੰ ਆਫਿਸ ਵਧੀਆ ਮਿਲਿਆ ਹੈਗਾ, ਇਨਫਰਾਸਟ੍ਰਕਚਰ ਸਾਰਾ ਜਿਹੜਾ ਅਵੇਲੇਬਲ ਹੈ, ਤੇ ਉਹਨੂੰ ਇੰਜੋਏ ਉਹ ਸਾਰਾ ਟੈਕਸ ਪੇਅਰ ਤੋਂ ਹੀ ਜਾਂਦਾ ਹੈਗਾ। ਉਹਨਾਂ ਦੇ ਨਾਲ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਹੈ। ਜ਼ਿੰਮੇਵਾਰੀ ਮੈਂ ਇਹ ਸਮਝਦਾ ਹੈਗਾ ਕਿ ਗੁਪਤਾ ਜੀ ਜਿਵੇਂ ਇਹ ਗੱਲ ਹੁੰਦੀ ਹੈ ਕਿ ਉਹ ਡੋਰ ਨੌਕਿੰਗ ਕਰਦੇ ਜਦੋਂ ਆਪਣੀ ਇਲੈਕਸ਼ਨ ਹੁੰਦੀ ਹੈ, ਉਦੋਂ ਦੱਸਦੇ ਆ ਕਿ ਜੀ ਮੈਂ ਪਹਿਲਾਂ ਵੀ ਸੇਵਾ ਕੀਤੀ ਸੀ, ਜਾਂ ਹੁਣ ਮੈਂ ਪਹਿਲੀ ਵਾਰੀ ਸੇਵਾ ਕਰਨ ਲਈ ਹਾਜ਼ਰ ਹਾਂ, ਮੇਰੀ ਬੈਕਗ੍ਰਾਉਂਡ ਹੈ, ਮੈਂ ਸਕੂਲ ਦੇ ਟਰਸਟੀ ਰਿਹਾ, ਜਾਂ ਮੈਂ ਸੁਸਾਇਟੀ ਦੇ ਵਿੱਚ ਮੇਰੀ ਇਸ ਤਰੀਕੇ ਦੀ ਮੂਵਮੈਂਟ ਕੰਟਰੀਬਿਊਸ਼ਨ ਹੈ। ਬੜੀ ਅੱਛੀ ਗੱਲ ਹੈ, ਜਿਹੜੇ ਕੰਟਰੀਬਿਊਟ ਕੀਤਾ ਹੁੰਦਾ ਲੋਕੀ ਉਹਨਾਂ ਨੂੰ ਇਲੈਕਟ ਵੀ ਕਰਦੇ, ਮੌਕਾ ਵੀ ਦਿੰਦੇ ਆ, ਹਾਇਰ ਪੋਸਟ ਵਾਸਤੇ ਦਿੰਦੇ, ਠੀਕ ਹੈ ਜੀ। ਪਰ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਨੂੰ ਉਹਨਾਂ ਨੂੰ ਅਹਿਸਾਸ ਰਹਿਣਾ ਚਾਹੀਦਾ, ਭੁੱਲਣਾ ਨਹੀਂ ਚਾਹੀਦਾ ਹੈਗਾ। ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ, ਹਾਂਜੀ ਇੱਕ ਦੋ ਮੈਂ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਚਾਹੁੰਦਾ, ਉਹ ਇਹ ਜੀ, ਕਈ ਵਾਰੀ ਸਾਡੇ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵ ਹੁੰਦੇ ਆ, ਨੁਮਾਇੰਦੇ ਸਾਡੇ, ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ, ਚਾਹੇ ਮਿਊਨਿਸਪੈਲਿਟੀ ਵਿੱਚ ਭੇਜਦੇ ਹਾਂ, ਚਾਹੇ ਜਿਹੜੀ ਲੈਜਿਸਲੇਟਿਵ ਬਿਲਡਿੰਗ ਅਸੈਂਬਲੀ ਜਿਹਨੂੰ ਕਹਿੰਦੇ ਆਪਾਂ ਉੱਥੇ ਜਾਂਦੇ ਆ, ਤੇ ਚਾਹੇ ਜਾਂਦੇ ਆ ਸਿਟੀ ਹਾਲ 'ਚ ਜਾਂਦੇ, ਤੇ ਜਾਂ ਉੱਥੇ ਜਾਂਦੇ ਜੀ ਪਾਰਲੀਮੈਂਟ 'ਚ ਜਾਂਦੇ ਹੈਗੇ। ਤੇ ਉਹ ਜੇ ਕਹਿਣ ਜੀ ਤੁਸੀਂ ਸਾਨੂੰ ਦੱਸੋ ਦਾ ਮਤਲਬ ਸਾਨੂੰ ਲਿਖ ਕੇ ਭੇਜੋ, ਇਹ ਕਿਉਂ ਜ਼ਰੂਰੀ ਹੈ? ਮੈਨੂੰ ਤਾਂ ਨਹੀਂ ਲੱਗਦਾ ਕਿ ਉਹਨਾਂ ਜ਼ਰੂਰੀ ਹੈ। ਹਾਂਜੀ, यू एक्सपेक्ट ए मेंबर पार्लियामेंट अपने एरिया में कॉन्स्टिट्यूंसी में लोगों से इन टच तो रहते ही हैं। नहीं जी, उन्होंने इन टच रहना चाहिए, लोगों नाल आप ही लोगों ਨੂੰ ਜਾ ਕੇ ਪੁੱਛ ਲੈਣਾ ਚਾਹੀਦਾ। ਡੋਰ ਨੌਕਿੰਗ ਜਦੋਂ ਇਲੈਕਸ਼ਨ ਦਿਨਾਂ ਵਿੱਚ ਕਰਦੇ ਆ, ਉਦੋਂ ਉਹਨਾਂ ਨੂੰ ਕਦੋਂ ਲੋਕਾਂ ਨੇ ਕਿਹਾ ਸੀ ਸਾਨੂੰ ਆ ਕੇ ਡੋਰ ਨੌਕ ਕਰੋ? ਹੁਣ ਵੀ ਉਹ ਡੋਰ ਨੌਕ ਕਰ ਸਕਦੇ, ਪੁੱਛ ਸਕਦੇ ਆ ਕਿ ਐਵਰੀਥਿੰਗ ਇਜ਼ ਗੋਇੰਗ ਗੁੱਡ, ਕੋਈ ਤੁਹਾਨੂੰ ਪ੍ਰॉब्लम ਤਾਂ नहीं? उनका जो वो सर्कुलर आता है ना, नोटिफिकेशन आती है, एक उनकी जो कार्यकर्ती आपने जो काम करते ਜਿਹੜੇ ਚੰਗੇ ਕੰਮ ਕੀਤੇ, ਪਰ ਲੋਕਾਂ ਦੀ ਪ੍ਰੋਬਲਮ ਸੁਣਨ ਦੀ ਗੱਲ ਕਰਦਾ, ਉਹ ਤਾਂ ਸਰਕੂਲਰ ਉਹਨਾਂ ਨੇ ਦੱਸਤਾ ਕਿ ਅਸੀਂ ਆਹ ਕੀਤਾ ਜਾਂ ਆਹ ਸਾਡੀ ਪਲਾਨਿੰਗ ਆ, ਪਰ ਲੋਕਾਂ ਦੀ ਕੀ ਪ੍ਰੋਬਲਮ ਹੈ? ਫੋਨ ਲਾਈਨ ਇਜ਼ ਫ੍ਰੀ। ਗੁਪਤਾ ਜੀ ਮੇਰਾ ਕੁਐਸਚਨ ਜਿਹੜਾ ਉਹ ਇਹ ਹੈ ਕਿ ਉਹ ਕਿਉਂ ਨਹੀਂ ਲੋਕਾਂ ਨੂੰ ਨੌਕ ਕਰ ਰਿਹਾ ਕੇ ਪੁੱਛਦੇ? ਉਹਨਾਂ ਦੀ ਕੋਈ ਡਿਊਟੀ ਨਹੀਂ ਹੈ? ਇਹ ਜਿਹੜੀ ਉਹਨਾਂ ਦੀ ਵੀ ਡਿਊਟੀ ਹੈ ਕਿ ਉਹ 5 ਸਾਲ ਬਾਅਦ ਜਾਂ 4 ਸਾਲ ਬਾਅਦ ਡੋਰ ਨੌਕ ਕਰਕੇ ਲੋਕਾਂ ਨੂੰ ਦੱਸਦੇ ਆ ਕਿ ਮੈਂ ਤੁਹਾਡੇ ਵਾਸਤੇ ਇਹ ਕੰਮ ਕੀਤੇ ਸੀ, ਆਹ ਮੇਰੀ ਪਲੈਨਿੰਗ, ਅੱਗੋਂ ਮੈਨੂੰ ਵੋਟ ਪਾਓ, ਠੀਕ ਹੈ ਜੀ। ਕਈ ਮੇਰੇ ਵਰਗੇ ਹੈਗੇ ਮੂੰਹ ਤੇ ਕਹਿੰਦੇ ਆ ਤੁਸੀਂ ਕੀ ਕੰਮ ਕੀਤਾ ਜਾਂ ਤੁਹਾਨੂੰ ਵੋਟ ਕਿਉਂ ਪਾਈ ਜਾਵੇ, ਪਰ ਲੋਕੀ ਆਮ ਹੀ ਕਹਿੰਦੇ ਹਾਂਜੀ ਜ਼ਰੂਰ ਪਾਵਾਂਗੇ ਜੀ, ਹਾਂਜੀ ਜ਼ਰੂਰ ਪਾਵਾਂਗੇ ਜੀ। ਉਹ ਸਾਡੇ ਇੰਡੀਆ 'ਚ ਵੀ ਰਿਵਾਜ ਹੈਗਾ, ਭਾਵੇਂ ਕੋਈ ਪਾਰਟੀ ਦਾ ਕੈਂਡੀਡੇਟ ਆ ਜਾਏ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂਜੀ ਬਾਜੀ ਅਸੀਂ ਤੁਹਾਡੇ ਨਾਲ, ਇਹ ਵੋਟ ਤੁਹਾਡੀ ਪੱਕੀ ਹੈ। ਇੱਥੇ ਵੀ ਇੱਦਾਂ ਹੀ, ਇੱਥੇ ਵੀ ਅਸੀਂ ਇੱਕ ਦੂਜੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਹੁੰਦੇ, ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ। ਅਸੀਂ ਕਹਿੰਦੇ ਹਾਂਜੀ ਤੁਸੀਂ ਆ ਗਏ ਹੋ ਜੀ, ਤੁਹਾਡੀ ਬੜੀ ਮਿਹਰਬਾਨੀ, ਅਸੀਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਤੇ ਵੈਲਕਮ, ਅਸੀਂ ਤੁਹਾਡੇ ਨਾਲ, ਤੁਸੀਂ ਹੀ ਰਾਈਟ ਪਰਸਨ ਹੈਗੇ ਜਿਹਨੂੰ ਅਸੀਂ ਵੋਟ ਪਾਉਣੀ, ਅਸੀਂ ਇੱਦਾਂ ਕਹਿੰਦੇ ਹਾਂ। ਪਰ ਮੇਰਾ ਕੁਐਸਚਨ ਇਹ ਹੈ ਜੀ ਕਿ ਬੀਇੰਗ ਪਬਲਿਕ ਰਿਪਰੈਜ਼ੈਂਟੇਟਿਵ,
ਇਹਨਾਂ ਲੋਕਾਂ ਦੀ ਡਿਊਟੀ ਹੈ ਕਿ ਉਹ ਲੋਕਾਂ ਨੂੰ ਪੁੱਛਣ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ। ਹੁਣ ਦੇਖੋ ਛੋਟੀ ਜੀ ਗੱਲ ਹੈ ਜੀ, ਲੈਜਿਸਲੇਟਿਵ ਅਸੈਂਬਲੀ ਵਿੱਚ ਕਮਿੰਗ ਡੇਜ਼ ਵਿੱਚ ਜਿਹੜਾ ਹੈ ਉਹ ਜਿਹੜਾ ਬਜਟ ਪਾਸ ਹੋ ਰਿਹਾ, ਪੇਸ਼ ਹੋ ਰਿਹਾ, ਬਜਟ ਪੇਸ਼ ਹੋਊਗਾ, ਫਿਰ ਉੱਤੇ ਉਹ ਜਿਹੜੇ ਰਿਪਰੈਜ਼ੈਂਟੇਟਿਵ ਉੱਥੇ ਬੈਠੇ ਹੈਗੇ ਆ ਉੱਤੇ ਉਹ ਬਹਿਸ ਕਰਨਗੇ, ਕੋਈ ਗੱਲ ਉਹਨਾਂ ਨੂੰ ਚੰਗੀ ਲੱਗਦੀ ਨਹੀਂ ਹੋਊਗੀ, ਨਹੀਂ ਲੱਗਦੀ ਹੋਊਗੀ, ਉਹ ਤੇ ਕਹਿਣਗੇ ਵੀ ਆਹ ਗੱਲ ਠੀਕ ਨਹੀਂ, ਜਿਹੜੀ ਚੰਗੀ ਲੱਗਦੀ ਆ ਉਹਨੂੰ ਐਪਰੀਸ਼ੀਏਟ ਵੀ ਕਰਨਗੇ, ਠੀਕ ਹੈ ਜੀ। ਪਰ ਤੁਸੀਂ ਦੇਖੋ ਫਾਈਨੈਂਸ ਮਿਨਿਸਟਰ ਨੇ ਕੱਲੇ ਫੋਨ ਤੇ ਗੱਲ ਕੀਤੀ, ਕੱਲੇ ਫੋਨ ਤੇ ਆਪਣਾ ਮੈਸੇਜ ਡ੍ਰੌਪ ਕੀਤਾ ਹੈਗਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਬਜਟ ਪੇਸ਼ ਕਰਨ ਜਾ ਰਹੇ ਹਾਂ, ਤੁਹਾਨੂੰ ਕੋਈ ਇਹ ਕੰਸਰਨ ਹੈਗਾ, ਦੱਸੋ ਅਸੀਂ ਕੀ ਕਰੀਏ। ਦੈਟਸ ਵੈਰੀ ਨਾਈਸ, ਬਹੁਤ ਚੰਗੀ ਗੱਲ ਹੈ। ਮੇਰਾ ਕੁਐਸਚਨ ਇਹ ਹੈ ਕਿ ਜਿਹਨਾਂ ਦੀ ਲੈਜਿਸਲੇਟਿਵ ਬਿਲਡਿੰਗ ਦੇ ਫਾਈਨੈਂਸ ਮਿਨਿਸਟਰ ਨੇ ਇਹਦਾ ਪੁੱਛ ਲਿਆ ਤੇ ਸਿਟੀ ਕੌਂਸਲਰ ਕਿਉਂ ਨਹੀਂ ਪੁੱਛ ਸਕਦੇ ਜੀ ਕਿ ਮੈਂ ਤੁਹਾਡੇ ਇਲਾਕੇ ਦਾ ਹੈਗਾ ਜੀ, ਮੈਨੂੰ ਦੱਸੋ ਕਿ ਤੁਹਾਡੀਆਂ ਕੀ ਪ੍ਰੋਬਲਮਸ ਜਿਹੜੀਆਂ ਸਿਟੀ ਕੌਂਸਲ ਦੇ ਸਿਟੀ ਹਾਲ 'ਚ ਬੈਠ ਕੇ ਮੈਂ ਸੋਲਵ ਕਰ ਸਕਾਂ ਜਾਂ ਤੁਹਾਡੀ ਆਵਾਜ਼ ਚੁੱਕ ਸਕਾਂ। ਇਹ ਗੱਲ ਉਹਨਾਂ ਨੂੰ ਕਰਨੀ ਚਾਹੀਦੀ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਪ੍ਰੋਬਲਮ ਦੱਸਦਾ ਜੀ। ਪ੍ਰੋਬਲਮ ਇਹ ਹੈ ਕਿ ਜਿਹੜੇ ਤੁਸੀਂ ਸਟਰੀਟਾਂ ਤੇ ਜਾਂਦੇ ਹੋ, ਖਾਸ ਕਰਕੇ ਡਾਊਨ ਟਾਊਨ ਦਾ ਏਰੀਆ, ਸਰਾਊਂਡਿੰਗ ਸਾਰਾ ਏਰੀਆ ਤਕਰੀਬਨ ਮਤਲਬ 2-3 ਕਿਲੋਮੀਟਰ ਦਾ ਏਰੀਆ, ਜਿਹੜਾ ਹਰ ਸਟਰੀਟ ਦੇ ਉੱਤੇ ਪਾਰਕਿੰਗ ਵਾਸਤੇ ਮੀਟਰ ਲੱਗੇ ਹੋਏ, ਠੀਕ ਹੈ ਜੀ। ਉੱਥੇ ਮਤਲਬ ਹੈ ਕਿ ਤੁਸੀਂ ਆਪਣੇ ਕੰਮ ਦੇ ਮੁਤਾਬਕ, ਤੁਹਾਡਾ ਕੰਮ 15 ਮਿੰਟ ਦਾ ਤੇ 15 ਮਿੰਟ ਦੇ ਪੈਸੇ ਪੇ ਕਰਦੇ ਹੋ, ਟਿਕਟ ਲੈ ਕੇ ਤੇ ਆਪਣਾ ਕੰਮ ਕਰੋ ਤੇ ਜਾਓ, ਠੀਕ ਹੈ ਜੀ। ਕਿਤੇ ਤੁਹਾਨੂੰ 1 ਘੰਟੇ ਦੀ ਲੋੜ ਹੈ, ਕਿਤੇ 2 ਘੰਟੇ ਦੀ ਲੋੜ ਹੈ, ਇੱਦਾਂ 2 ਘੰਟੇ ਦਾ ਹੈਗਾ, ਜਾਂ ਫਿਰ ਮੈਕਸੀਮਮ ਟਾਈਮ ਦੀ ਹੁੰਦੀ ਉਹਨਾਂ ਦੀ, ਕਿਉਂਕਿ ਕੁਛ ਸਟਰੀਟਾਂ ਜਿਹੜੀਆਂ ਹੈਗੀਆਂ ਜੀ ਉਹ ਉੱਥੇ ਬੱਸ ਸਰਵਿਸ ਸ਼ੁਰੂ ਹੋ ਜਾਂਦੀ ਨਾ, ਰਸ਼ ਏਰੀਆ, ਰਸ਼ ਟਾਈਮ ਹੁੰਦਾ, ਤੇ ਉਹ ਫਿਰ ਉਦੋਂ ਨੋ ਪਾਰਕਿੰਗ ਅਲਾਊਡ ਨਹੀਂ ਹੈ। ਉਹ ਫਿਰ ਤੁਸੀਂ ਲੱਗਦਾ ਤੁਹਾਨੂੰ ਕਿ ਮੈਂ ਇੱਥੇ ਤਾਂ 2 ਘੰਟੇ ਖੜੇ ਹੋਣਾ ਸੀਗਾ, ਤੇ ਉਹ ਮੀਟਰ ਦੱਸ ਦਿੰਦਾ ਕਿ ਮੈਕਸੀਮਮ ਟਾਈਮ ਜਿਹੜਾ 2 ਨਹੀਂ ਹੈ, 1.25-2 ਘੰਟੇ ਆ, ਤੁਸੀਂ 1 ਘੰਟਾ 50 ਮਿੰਟ ਜਾਂ 1 ਘੰਟਾ 40 ਮਿੰਟ ਇੱਥੇ ਰੁਕ ਸਕਦੇ ਹੋ, ਉਹ ਤੁਹਾਨੂੰ ਪਤਾ ਲੱਗ ਜਾਂਦਾ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦਾ ਜੀ, ਜਿਹਨਾਂ ਮੀਟਰਾਂ ਦੀ ਮੈਂ ਗੱਲ ਕਰਦਾ ਹੈਗਾ ਕਿ ਤੁਸੀਂ ਕੁਆਇਨ ਪਾਉਂਦੇ ਹੋ ਜਾਂ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਦੇ ਹੋ, ਠੀਕ ਹੈ ਜੀ, ਉਹਨਾਂ ਵਿੱਚੋਂ ਫਿਰ ਇੱਕ ਸਲਿੱਪ ਨਿਕਲਦੀ ਹੈ ਜਿਹਨੂੰ ਤੁਸੀਂ ਚੂਜ਼ ਕਰਦੇ ਹੋ, ਤੁਸੀਂ ਚੂਜ਼ ਕਰਦੇ ਹੋ ਕਿ ਲਾਇਸੈਂਸ ਪਲੇਟ ਨੰਬਰਸ ਮੈਂ ਐਂਟਰ ਹੈ ਕਿਤਨੇ, ਨਹੀਂ ਉਹ ਨਹੀਂ, ਲਾਇਸੈਂਸ ਪਲੇਟ ਉਹ ਨਹੀਂ, ਉਹ ਇੱਕ ਡਿਫਰੈਂਟ ਹੈ, ਉਹ ਜਿਹੜੀਆਂ ਪ੍ਰਾਈਵੇਟ ਪਾਰਕਿੰਗ ਆ, ਇਹ ਜਿਹੜੀਆਂ ਸਟਰੀਟ ਪਾਰਕਿੰਗ ਆ, ਮੈਂ ਸਟਰੀਟ ਪਾਰਕਿੰਗ ਦੀ ਗੱਲ ਕਰਦਾ। ਸਟਰੀਟ ਪਾਰਕਿੰਗ ਦੇ ਵਿੱਚ ਤੁਹਾਨੂੰ ਆਪਣਾ ਕ੍ਰੈਡਿਟ ਕਾਰਡ ਦੇਣਾ ਪੈਂਦਾ ਜਾਂ ਫਿਰ ਤੁਸੀਂ ਕੈਸ਼ ਪੇ ਕਰ ਸਕਦੇ ਹੋ। ਉੱਥੋਂ ਇੱਕ ਸਲਿੱਪ ਨਿਕਲਦੀ ਹੈ ਕਿ ਇਹ ਤੁਸੀਂ ਉਹ ਸਲਿੱਪ ਆਪਣੇ ਡੈਸ਼ਬੋਰਡ ਤੇ ਰੱਖਣੀ ਹੁੰਦੀ, ਤਾਂ ਕਿ ਜਿਹੜਾ ਉੱਥੇ ਪਾਰਕਿੰਗ ਵਾਲੇ ਜਿਹੜੇ ਮੋਨੀਟਰਿੰਗ ਕਰਦੇ ਹੈਗੇ ਆ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹ ਆਲਰੇਡੀ ਪੇਡ ਹੈ ਔਰ ਅਪ ਟੂ ਵਟ ਟਾਈਮ ਇਹ ਅਲਾਊਡ ਹੈ, ਠੀਕ ਹੈ ਜੀ। ਉਹ ਜਦੋਂ ਫਿਰ ਟਾਈਮ ਤੋਂ ਜ਼ਿਆਦਾ ਹੁੰਦੇ, ਕਈ ਵਾਰੀ 5-4 ਮਿੰਟ ਨੂੰ ਤਾਂ ਸ਼ਾਇਦ ਇਗਨੋਰ ਕਰ ਦਿੰਦੇ ਹੋਣਗੇ, ਪਰ ਜੇ ਅੱਧੇ ਘੰਟੇ ਦੀ ਟਿਕਟ ਲਈ ਹੈ ਤੇ 2 ਘੰਟੇ ਤੇ ਖੜੀ ਰਹੀ ਤੇ ਉਹ ਟਿਕਟ ਵੀ ਮਿਲਦੀ ਹੈ, ਠੀਕ ਹੈ ਜੀ, ਜੇ ਉਹਨੇ ਘੱਟ ਟਾਈਮ ਦੀ ਪੇ ਕੀਤਾ ਹੁੰਦਾ। ਪਰ ਹੈਰਾਨੀ ਵਾਲੀ ਗੱਲ ਹੈ ਜੀ, ਬਹੁਤੇ ਮੀਟਰ ਬੰਦ ਕੰਮ ਨਹੀਂ ਕਰ ਰਹੇ, ਕੰਮ ਹੀ ਨਹੀਂ ਕਰ ਰਹੇ, ਉਹਨਾਂ ਦੀ ਰਿਪੇਅਰ ਨਹੀਂ ਹੋ ਰਹੀ। ਮੈਂ ਖੁਦ ਵੇਖਿਆ ਜੀ, ਕਈ ਵਾਰੀ ਜਦੋਂ ਸਿੱਕੇ ਲੋਕੀ ਪਾਉਂਦੇ ਆ ਉੱਥੋਂ ਜਵਾਬ ਵੀ ਕੁਛ ਨਹੀਂ ਆਉਂਦਾ, ਲੇਕਿਨ ਨੋਟੀਫਿਕੇਸ਼ਨ ਨਹੀਂ ਲਗਾਤੇ ਆਊਟ ਆਫ ਆਰਡਰ ਦਾ, ਕਈ ਵਾਰੀ ਨੋਟੀਫਿਕੇਸ਼ਨ ਲੱਗਦਾ ਨਹੀਂ ਹੈਗਾ ਜੀ, ਉਹ ਜਦੋਂ ਪੈਸੇ ਪੇ ਹੋਏ ਤੇ ਉਦੋਂ ਆ ਜਾਂਦਾ ਕਿ ਚੱਲਦੀ ਨਹੀਂ ਮਸ਼ੀਨ, ਤੁਸੀਂ ਫੋਨ, ਹਾਂਜੀ ਪੈਸੇ ਗਏ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਹੁਣ ਵੈਸੇ ਉਸ ਤੋਂ ਬਾਅਦ ਇੱਕ ਡਿਵੈਲਪਮੈਂਟ ਹੋਰ ਹੋਈ ਸੀ ਜੀ, ਉਹ ਡਿਵੈਲਪਮੈਂਟ ਇਹ ਹੋਈ ਸੀ ਕਿ ਕੁਛ ਮੀਟਰ ਜਿਹੜੇ ਕੁਛ ਸਟਰੀਟਾਂ ਤੇ ਇਦਾਂ ਦੇ ਲੱਗ ਗਏ ਹੈਗੇ ਆ ਜਿੱਥੇ ਤੁਸੀਂ ਫੋਨ ਨਾਲ ਪੇਮੈਂਟ ਕਰਨੀ, ਨਾ ਕੁਆਇਨ ਯੂਜ਼ ਹੋਣੇ ਆ, ਨਾ ਤੁਹਾਡਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਯੂਜ਼ ਹੋਣਾ, ਐਪ ਡਾਊਨ। ਹੁਣ ਜਿਹੜਾ ਬੰਦਾ ਪਹਿਲੀ ਵਾਰੀ ਗਿਆ ਔਰ ਉਹ ਗਿਆ ਤੇ ਮਤਲਬ ਉਹਨੂੰ ਧਿਆਨ 'ਚ ਆਇਆ ਵੀ ਜਿੱਥੇ ਮੈਂ ਖੜੇ ਹੋਣਾ ਇੱਥੇ ਤਾਂ ਪੇਮੈਂਟ ਹੀ ਐਪ ਨਾਲ ਹੋਣੀ ਹੈ, ਉਹ ਪਹਿਲਾਂ ਐਪ ਡਾਊਨਲੋਡ ਕਰੇ, ਕੰਮ ਨੂੰ ਸਿਰਫ ਅੰਦਰ 5 ਮਿੰਟ ਦਾ, ਠੀਕ ਹੈ ਜੀ। ਇਹ ਜਿਹੜਾ ਸਿਸਟਮ ਹੈਗਾ ਜੀ, ਉੱਥੇ ਜ਼ਰੂਰ ਮੈਨੂੰ ਲੱਗਦਾ ਕਿ ਉਹਨਾਂ ਸਟੇਟਾਂ ਦੇ ਉੱਤੇ ਪਹਿਲਾਂ ਹੀ ਇੰਡੀਕੇਸ਼ਨ ਹੋਣੀ ਚਾਹੀਦੀ ਕਿ ਜੇ ਤੁਸੀਂ ਇੱਥੇ ਖੜੀ ਕਰਨੀ ਗੱਡੀ ਤੇ ਧਿਆਨ ਰੱਖੋ ਕਿ ਇੱਥੇ ਤੁਹਾਨੂੰ ਪੇਮੈਂਟ ਐਪ ਨਾ ਕਰਨੀ ਪੈਣੀ, ਜਾਂ ਜਿਹੜੇ ਮੀਟਰ ਬੰਦ ਹੋ ਜਾਂਦੇ ਉਹਨਾਂ ਬਾਰੇ ਵੀ ਗੱਲ ਕਰਨੀ। ਤੁਸੀਂ ਗੱਲ ਕਰ ਰਹੇ ਸੀ ਜੀ, ਡਿਊ ਟੂ ਕੋਵਿਡ ਹਰ ਸਟਰੀਟ ਉੱਤੇ 1 ਘੰਟਾ ਪਾਰਕਿੰਗ ਫ੍ਰੀ ਹੈ, ਪਰ ਇਹ ਕਿਤੇ ਨਹੀਂ ਲਿਖਿਆ ਹੈ मीटर यहाँ आप पैसे डाल दो उस पर लिखा है फर्स्ट आवर इज फ्री, नहीं लिखा जी, ਮੈਂ ਨਹੀਂ ਵੇਖਿਆ ਜੀ ਕਿਤੇ ਵੀ ਇਦਾਂ ਦੇ, ਕਿਤੇ ਨਹੀਂ ਲਿਖਿਆ ਹੋਇਆ। ਹੋ ਸਕਦਾ ਅਨਾਉਂਸਮੈਂਟ ਕੀਤੀ ਹੋਵੇ, नहीं मीटर पे मैंने देखा है, मैं आप डाउनटाउन में यार स्ट्रीट पे पार्किंग बनी है, मीटर पे लिखा है फर्स्ट आवर इज फ्री लिखा है, ਪਤਾ ਕਿੱਦਾਂ ਲੱਗੂ ਵੀ ਫਸਟ ਆਵਰ ਹੋ ਗਿਆ ਜੇ ਉਹਦੇ ਚੋਂ ਟਿਕਟ ਨਹੀਂ ਨਿਕਲੂਗੀ। ਮੰਨ ਲਓ ਮੈਂ ਅੱਧਾ ਘੰਟਾ ਖੜੇ ਹੋਣਾ ਚਾਹੁੰਦਾ, 1 ਘੰਟਾ ਨਹੀਂ ਖੜੇ ਹੋਣਾ ਚਾਹੁੰਦਾ, ਸਿਰਫ ਅੱਧੇ ਘੰਟੇ ਦਾ ਮੈਨੂੰ ਕੰਮ ਹੈ, ਉੱਥੋਂ ਟਿਕਟ ਹੀ ਨਹੀਂ ਬਾਹਰ ਆਉਂਦੀ, ਕਿੱਦਾਂ ਪਤਾ ਲੱਗੂਗਾ ਕਿ ਇਹ ਅੱਧਾ ਘੰਟਾ ਫ੍ਰੀ ਹੈ ਜਾਂ 1 ਘੰਟਾ ਫ੍ਰੀ? वो टिकट नहीं आ रही, वो जो मीटर है ना उस पर टिकट नहीं ਨਿਕਲਦਾ ਜੀ। ਮੀਟਰ ਤੇ ਆ ਗਿਆ, ਗੱਡੀ ਤੇ ਮੈਂ ਖੜੀ ਕੀਤੀ ਸੜਕ ਤੇ, ਮੀਟਰ ਹੈਗਾ ਤਾਂ ਉੱਥੋਂ 100 ਗਜ ਅੱਗੇ
ਜਾਂ 50 ਗਜ ਅੱਗੇ, ਠੀਕ ਹੈ ਜੀ। ਉਹਨੇ ਮੀਟਰ ਨੇ ਦੱਸਤਾ ਕਿ ਤੁਸੀਂ ਅੱਧਾ ਘੰਟਾ 1 ਘੰਟਾ ਇੱਥੇ ਗੱਡੀ ਖੜੀ ਕਰ ਸਕਦੇ ਹੋ, ਪਰ ਕਿੱਦਾਂ ਪਤਾ ਲੱਗੂਗਾ 1 ਘੰਟੇ ਵਿੱਚ? नहीं, जिस मीटर की मैं बात कर रहा हूँ वो मीटर ਤੁਸੀਂ 1 मीटर के आगे ਤੁਸੀਂ पास अपने गाड़ी ਤੁਸੀਂ ਕਿਸੇ 1 ਮੀਟਰ ਦੀ ਗੱਲ ਕਰਦੇ ਹੋਵੋਗੇ ਜੀ। ਮੈਂ ਪੁੱਛਦਾ ਜੀ ਵੀ ਕਿੱਦਾਂ ਪਤਾ ਲੱਗੂਗਾ ਕਿ 1 ਘੰਟਾ ਹੋ ਗਿਆ, ਜਾਂ ਉਹ ਟਿਕਟ ਹੋਊਗੀ ਤੇ ਜਿਹੜਾ ਬੰਦਾ ਚੈਕਿੰਗ ਕਰਨ ਵਾਲਾ ਪੈਟਰੋਲਿੰਗ ਵਾਲੇ ਆ ਰਹੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ 1 ਘੰਟੇ ਦਾ ਤੋਂ ਲੈਸ ਦਾ ਨਾ ਪਰ ਜੇ ਉਹਦੇ ਚੋਂ ਟਿਕਟ ਨਿਕਲੂ ਤਾਂ ਹੀ ਪਤਾ ਲੱਗੂ। ਉਦਾਂ ਉਹਨੂੰ ਕੀ ਪਤਾ ਲੱਗੂ ਪੈਟਰੋਲਿੰਗ ਵਾਲੇ ਨੂੰ ਵੀ ਇਹ ਗੱਡੀ ਕਦੋਂ ਤੋਂ ਖੜੀ ਹੈ? पेट्रोलिंग वाले को देखो, आपने गाड़ी पार्क की 1 घंटे की है, अगर पेट्रोलिंग वाला उधर से गुजरा, उसने देखा आपकी गाड़ी खड़ी है, वो उस पे चाक से टायर पे मार्क कर लेगा। 1 घंटे के बाद आएगा गाड़ी, फिर भी वहाँ होगी। ਨਹੀਂ ਜੀ, ਉਹਦੇ ਤੇ ਡਿਪੈਂਡ ਹੋ ਗਿਆ ਨਾ ਜੀ, ਤੁਹਾਡੇ ਕੋਲ ਕੀ ਸਬੂਤ ਹੈ ਦੱਸਣ ਲਈ ਕਿ ਮੇਰੀ 1 ਘੰਟੇ ਤੋਂ ਨਹੀਂ ਖੜੀ, ਇਹ ਪੌਣੇ ਘੰਟੇ ਤੋਂ ਖੜੀ ਹੈ। जब आप गाड़ी पार्क कर रहे हो आपने आपको पता है ਨਹੀਂ ਜੀ, ਸਬੂਤ ਕੀ ਹੈ? ਮੈਂ ਉਹਨੂੰ ਸਬੂਤ ਦੇਣਾ ਚਾਹੁੰਦਾ ਉਸ ਬੰਦੇ ਨੂੰ ਜਿਹੜਾ ਪੈਟਰੋਲਿੰਗ ਵਾਲਾ ਹੈ ਕਿ ਮੇਰੀ ਗੱਡੀ ਨੂੰ 1 ਘੰਟੇ ਤੋਂ ਘੱਟ ਟਾਈਮ ਹੋਇਆ। ਉਹ ਕਹਿੰਦਾ ਜ਼ਿਆਦਾ ਹੋਇਆ, ਮੇਰੇ ਕੋਲ ਕੀ ਪ੍ਰੂਫ ਹੈ ਕਿ ਵਾਕਿਆ ਘੱਟ ਹੋਇਆ ਜਾਂ ਜ਼ਿਆਦਾ ਹੋਇਆ? ਮੇਰੇ ਕੋਲ ਟਿਕਟ ਹੋਊਗੀ, ਜਿਹੜੀ ਡੈਸ਼ਬੋਰਡ ਤੇ ਟਿਕਟ ਅਸੀਂ ਰੱਖਦੇ ਹਾਂ ਉਹਦੇ ਤੇ ਲਿਖਿਆ ਹੈ ਨਾ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ। एक तो पार्किंग सिटी वाले आपको फ्री दे रहे हैं, ऑन टॉप यू एक्सपेक्ट के वो एक टिकट भी उसमें करें। ਨਹੀਂ ਜੀ, ਔਨ ਟਾਪ ਦੀ ਗੱਲ ਨਹੀਂ ਹੈ, ਗੱਲ ਤਾਂ ਰੂਲ ਦੀ ਹੈ। ਕਿਵੇਂ ਪਤਾ ਲੱਗੂ? वो ਮੇਰਾ 1 घंटे की जो कंसेशन है ना कोविड की सिचुएशन को मद्देनजर ਮੰਨ ਲਈ ਗੱਲ, ਮੈਂ ऑन ਮੰਨਦਾ टॉप ਗੁਪਤਾ ਜੀ, ਮੈਂ ਪ੍ਰੈਕਟੀਕਲ ਗੱਲ ਕਰਦਾ। ਤੁਸੀਂ ਮੈਨੂੰ ਦੱਸੋ, ਤੁਸੀਂ ਕਹਿੰਦੇ ਹੋ ਕਿ ਮੇਰੀ ਗੱਡੀ ਅੱਧੇ ਘੰਟੇ ਤੋਂ ਖੜੀ ਹੈ, ਪੈਟਰੋਲਿੰਗ ਵਾਲਾ ਕਹਿੰਦਾ 1 ਘੰਟੇ ਤੋਂ ਖੜੀ ਹੈ, ਕੀ 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 ਜਸਟੀਫਿਕੇਸ਼ਨ ਹੈ ਜੀ? ਕੀ ਸਬੂਤ ਹੈ? ने पेट्रोलिंग वाला अगर आपको ਪੈਟਰੋਲਿੰਗ ਵਾਲਾ ਕਹਿੰਦਾ ਜੀ 1 ਘੰਟਾ ਹੋ ਗਿਆ, हाँ पेट्रोलिंग वाला ਮੈਂ ਕਹਿੰਦਾ ਨਹੀਂ ਜੀ ਅੱਧਾ ਘੰਟਾ ਹੋਇਆ। पेट्रोलिंग वाला राइट है वो एक ਨਹੀਂ, ਉਹ ਕਿਹਦਾ ਰਾਈਟ ਹੈ? ਪਬਲਿਕ ਕਿਉਂ ਨਹੀਂ ਰਾਈਟ? वो क्योंकि उसने 1 घंटा अगर कहा है तो उसने मार्क किया। ਨਹੀਂ, ਉਹਨੇ ਕਿੱਥੇ ਮਾਰਕ ਕੀਤਾ? ਪੈਟਰੋਲਿੰਗ ਵਾਲਾ ਤਾਂ ਹੁੰਦਾ ਹੀ ਨਹੀਂ ਉੱਥੇ ਉਸ ਵੇਲੇ। ਪੈਟਰੋਲਿੰਗ ਵਾਲਾ ਤਾਂ ਕਦੀ ਕਦੀ ਆਉਂਦਾ, ਉਹਨੂੰ ਇੱਕ ਸਟਰੀਟ ਥੋੜੀ ਮਿਲੀ ਆ ਵੀ ਇੱਕ ਸਟਰੀਟ ਜਿਹੜੀ ਹੈਗੀ ਆ ਉਹ 1 ਕਿਲੋਮੀਟਰ 1.5 ਕਿਲੋਮੀਟਰ ਦੀ ਉਹੀ ਮਿਲੀ ਹੈ। ਉਹਨੂੰ ਤਾਂ ਕਈ ਸਟਰੀਟਾਂ ਮਿਲੀਆਂ ਹੋਈਆਂ। ਉਹ ਇੱਕ ਇਹ ਵੀ ਸਟਰੀਟ ਹੈ, ਨੈਕਸਟ ਵੀ ਹੈ, ਨੈਕਸਟ ਵੀ ਹੈ, ਉਹਦੇ ਕੋਲ ਇੱਕ ਸਟਰੀਟ ਥੋੜੀ ਹੈ, ਉਹਦੇ ਕੋਲ 3-4 ਸਟਰੀਟਾਂ। जो टिकट मिलती है ना यू कैन चैलेंज दैट टिकट। ਕਿੱਦਾਂ ਚੈਲੰਜ ਕਰਾਂਗੇ? ਚੈਲੰਜ ਕਰਨ ਵਾਸਤੇ ਪਹਿਲਾਂ ਕੋਰਟ 'ਚ ਜਾਈਏ, ਦਿਹਾੜੀ ਖਰਾਬ ਕਰੀਏ? So either ਇਹ ਸਿਸਟਮ ਕਿਉਂ ਨਹੀਂ ਠੀਕ ਕੀਤਾ ਜਾਂਦਾ? ਚੈਲੰਜ ਕਰਨ ਵਾਸਤੇ ਅੱਗੇ 1 ਦਿਨ ਬਰਬਾਦ ਕਰੋ, ਫਿਰ ਉਹ ਜੱਜ ਸਾਹਿਬ ਜਿਹੜੇ ਹੈਗੇ ਉਹਨਾਂ ਦੀ ਮਰਜ਼ੀ ਆ ਤੁਹਾਨੂੰ ਉਹ ਛੱਡਦੇ ਜਾਂ ਨਹੀਂ ਛੱਡਦੇ। डाउनटाउन में बिजनेस वाले दे आर सफरिंग लॉट, लैक ऑफ बिजनेस है, इंसेंटिव नहीं है पार्किंग का, तो उनके बिजनेस को मद्देनजर रखते हुए गवर्नमेंट ने 1 घंटे की रियायत दी है। ਨਹੀਂ ਜੀ, ਉਹਨਾਂ ਦੇ ਮੈਂ ਇਹ ਨਹੀਂ ਕਹਿੰਦਾ, ਮੈਂ ਇਹ ਕਹਿੰਦਾ ਕਿ ਲੌਜਿਕ ਕੀ ਹੈ? ਤੁਸੀਂ ਕਿੱਦਾਂ ਪ੍ਰੂਵ ਕਰੋਗੇ ਕਿ ਮੈਨੂੰ 1 ਘੰਟੇ ਤੋਂ ਘੱਟ ਟਾਈਮ ਹੋਇਆ? ਕਿੱਦਾਂ, ਕੋਈ ਕੀ ਹੈ ਸਬੂਤ ਤੁਹਾਡੇ ਕੋਲ? ਕਲਾਇੰਟ ਕੋਲ ਕੋਈ ਸਬੂਤ ਨਹੀਂ ਨਾ ਹੈਗਾ। ਉਹ ਬੰਦਾ ਕਹੀ ਜਾਂਦਾ, ਪੈਟਰੋਲਿੰਗ ਵਾਲਾ ਕਹੀ ਜਾਂਦਾ ਕਿ ਮੇਰੇ ਤੁਹਾਨੂੰ ਪਤਾ ਹੋਣਾ ਜੀ, ਮੈਂ ਤੁਹਾਨੂੰ ਲੁਕਵੀਂ ਗੱਲ ਦੱਸਦਾ, ਪੈਟਰੋਲਿੰਗ ਵਾਲਿਆਂ ਨੂੰ ਹਦਾਇਤਾਂ ਕਿ ਅੱਜ ਤੁਸੀਂ ਇੰਨੀਆਂ ਟਿਕਟ ਤੁਹਾਡੀਆਂ ਆਉਣੀਆਂ ਚਾਹੀਦੀਆਂ, ਜੇ ਘੱਟ ਆਉਂਦੀ ਹੈ ਤਾਂ ਉਹ ਕਹਿੰਦੇ ਕਿ ਤੁਸੀਂ ਆਪਣੀ ਡਿਊਟੀ ਜਿਹੜੀ ਆ ਉਹਦੇ ਲਈ ਪਾਬੰਦ ਨਹੀਂ ਹੈਗੇ, ਇਮਾਨਦਾਰੀ ਨਾਲ ਕੰਮ ਨਹੀਂ ਕਰਦੇ। बैक होम में तो ये लॉजिक, ਬੈਕ ਹੋਮ ਨਹੀਂ ਇੱਥੇ ਹੋ ਰਿਹਾ ਜੀ, ਮੈਂ ਤਾਂ ਇੱਥੋਂ ਦੀ ਗੱਲ ਕਰਦਾ, ਮੈਂ ਬੈਕ ਹੋਮ ਦੀ ਗੱਲ ਨਹੀਂ ਕਰ ਰਿਹਾ, ਮੈਂ ਵਿਨੀਪੈਗ ਦੀ ਗੱਲ ਕਰ ਰਿਹਾ। ਵਿਨੀਪੈਗ ਦੇ ਵਿੱਚ ਪਾਰਕਿੰਗ ਵਾਲਿਆਂ ਨੂੰ, ਪੈਟਰੋਲਿੰਗ ਵਾਲਿਆਂ ਨੂੰ ਹਦਾਇਤਾਂ ਕਿ ਤੁਹਾਡੇ ਕੋਲ ਇੰਨੇ ਪੈਸੇ ਆਉਣੇ ਚਾਹੀਦੇ, ਜੇ ਨਹੀਂ ਹੈਗਾ ਤਾਂ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਜਿਹੜੇ ਪੈਟਰੋਲਿੰਗ ਕਰਦੇ ਆ EMPLOYEE ਹੈਗੇ ਆਪਣੀ ਕਮਿਊਨਿਟੀ ਦੇ ਵੀ ਹੈਗੇ, ਉਹਨਾਂ ਨੂੰ ਪੁੱਛ ਕੇ ਵੇਖੋ। ਸੋ ਇਹਦਾ ਸੋਲੂਸ਼ਨ ਹੋਣਾ ਚਾਹੀਦਾ। ਮੇਰਾ ਮਕਸਦ ਇਹ ਹੈ, ਮੇਰਾ ਮਕਸਦ ਤੁਹਾਡੇ ਨਾਲ ਬਹਿਸ ਕਰਨਾ ਨਹੀਂ, ਮੇਰਾ ਮਕਸਦ ਇਹ ਹੈ ਕਿ ਤੁਸੀਂ ਕਲਾਇੰਟ ਤੁਹਾਨੂੰ ਕਿਵੇਂ ਅਪਰੂਵ ਕਰੇ। ਕਲਾਇੰਟ ਕੋਲ ਰਾਈਟ ਹੈਗਾ, ਉਹਦੇ ਕੋਲ ਜੇ ਕੋਈ ਟਿਕਟ ਇੱਕ ਹੋਊਗੀ ਜਿਸ 'ਚ ਲਿਖਿਆ ਹੋਵੇ ਕਿ ਤੁਹਾਡਾ ਐਵਰੇਜ ਜਿਹੜਾ ਫਸਟ ਹੈ ਉਹ ਇੰਨੇ ਵਜੇ ਸ਼ੁਰੂ ਹੋਇਆ ਵਾ, ਤੁਸੀਂ ਮੰਨ ਲਓ 12 ਵਜੇ ਤੁਸੀਂ ਟਿਕਟ ਉਹਦੇ 'ਚ ਪੰਚ ਕੀਤਾ ਕਿ ਮੈਂ 12 ਵਜੇ ਗੱਡੀ ਇੱਥੇ ਖੜੀ ਕਰਨੀ ਹੈ, ਉਹ 'ਤੇ ਲਿਖਿਆ ਹੋ ਕਿ 1 ਵਜੇ ਤੱਕ ਤੁਸੀਂ ਫ੍ਰੀ ਹੋ। आपका सुझाव है कि देयर शुड बी सम सिस्टम ऐसा कि जब ਬਿਲਕੁਲ ਸਿਸਟਮ, ਮੈਂ ਸਿਸਟਮ ਦੀ ਗੱਲ ਕਰਦਾ। ਕਿਉਂ ਲੋਕੀ ਪਰੇਸ਼ਾਨ ਹੋਣ? ਫਿਰ ਤੁਸੀਂ ਦੇਖੋ ਪਰੇਸ਼ਾਨੀ ਨੂੰ ਬਚਣ ਦਾ, ਹੁਣ ਕਹੀਏ ਜੀ ਪਰੇਸ਼ਾਨੀ ਤੋਂ ਬਚਣ ਲਈ ਹੋਰ ਗੱਲ ਕਰ ਲਓ, ਜਿਹੜੀ ਉੱਥੇ ਜਿੰਨੀਆਂ ਵੀ ਪ੍ਰਾਈਵੇਟ ਪਾਰਕਿੰਗ ਹੈਗੀਆਂ, ਤੁਹਾਨੂੰ ਪਤਾ ਜੀ ਟਿਕਟ ਕਿੰਨੇ ਪਰ ਆਵਰ ਕੀ ਰੇਟ ਹੈ? $4.5 ਪਰ ਆਵਰ। ਬਹੁਤ ਜ਼ਿਆਦਾ ਰੇਟ ਹੈ, $4.5 ਘੰਟੇ ਦੇ। ਜਦੋਂ ਦੂਜੀ ਜਿਹੜੀ ਸਟਰੀਟ ਪਾਰਕਿੰਗ ਹੈ, ਜਿੱਥੇ ਗਵਰਨਮੈਂਟ ਨੇ ਤੁਹਾਨੂੰ ਅਲਾਉ ਕੀਤਾ ਖੜੇ ਹੋਣ ਵਾਸਤੇ, ਸਿਟੀ ਨੇ ਅਲਾਉ ਕੀਤਾ ਹੈਗਾ, ਉਹਦੀ ਟਿਕਟ ਤੁਸੀਂ ਪੇ ਕਰਕੇ ਤੇ ਡੈਸ਼ਬੋਰਡ ਤੇ ਰੱਖ ਦੇਣੀ ਹੈਗੀ ਹੈ, ਉਹ $2 ਦੀ, ਉਹ $2 ਜਾਂ $2.5 ਪਰ ਆਵਰ ਹੈਗੀ। ਚਲੋ 3 ਵੀ ਹੋਊ ਕਿਤੇ, ਠੀਕ ਹੈ ਜੀ, ਪਰ ਉੱਥੇ 4.5 ਕਿਉਂ ਪਈ ਕਿਤੇ ਜਾਣ? ਪ੍ਰਾਈਵੇਟ ਹੈ ਉਹ ਆਪਕੀ, ਪ੍ਰਾਈਵੇਟ ਹੈ। ਸੋ ਮਤਲਬ ਪ੍ਰਾਈਵੇਟ ਜਿਹੜੀ ਹੈਗੀ ਆ, ਮੈਂ ਸਮਝਦਾ ਕਿ ਡਾਊਨਟਾਊਨ ਵਿੱਚ ਪ੍ਰਾਈਵੇਟ ਜਿਹੜੀ ਨਹੀਂ ਹੋਣੀ ਚਾਹੀਦੀ, ਖਾਸ ਕਰਕੇ ਜਿੱਥੇ ਵੀ ਹਸਪੀਟਲ ਹੈਗੇ, ਜਿੱਥੇ ਵੀ ਸਕੂਲ ਹੈਗੇ, ਸਕੂਲ ਹੈ ਚਾਹੇ ਹਸਪੀਟਲ ਹੈ। ਸਕੂਲਾਂ ਵਿੱਚ ਕੀ ਹੁੰਦਾ ਜੀ, ਸਕੂਲਾਂ 'ਚ ਸਟਰੀਟ ਪਾਰਕਿੰਗ ਜਿਹੜੀ ਆ ਨੇੜੇ ਤੇੜੇ ਲੋਕੀ ਖੜੀ ਕਰਦੇ, ਉੱਥੇ ਵੀ ਕਈ ਜਗ੍ਹਾ ਮੀਟਰ ਲੱਗੇ ਹੋਏ ਆ। ਉਹਨਾਂ ਦੇ ਸਕੂਲਾਂ ਵਿੱਚ ਕੀ ਹੁੰਦਾ ਜੀ, ਪੇਰੈਂਟਸ ਨੇ ਵੱਧ ਤੋਂ ਬੱਚਾ ਪਿਕ ਕਰਨ ਜਾਣਾ, ਡ੍ਰੌਪ ਕਰਨ ਜਾਣਾ, ਉੱਥੇ ਸਟਰੀਟ ਪਾਰਕਿੰਗ ਕਿਉਂ ਹੈ? ਪੇਡ ਕਿਉਂ ਆ ਮਤਲਬ, ਠੀਕ ਹੈ ਜੀ। ਫਿਰ ਦੂਜਾ ਜਿਹੜੀ ਹੈਗੀ ਹਸਪੀਟਲ ਹੈ,
ਤੁਸੀਂ ਹਸਪੀਟਲ ਵਿੱਚ ਤੁਹਾਨੂੰ ਆ ਗਈ ਹੈ ਕਿ कोई खुशी के लिए जाता नहीं है, ਹੈ ਜੀ कोई बीमार है तबीयत ठीक नहीं है। ਹਾਂ ਉੱਥੇ ਉੱਥੇ ਮਤਲਬ ਘੁੰਮਣ ਫਿਰਨ ਥੋੜੀ ਲੋਕਾਂ ਨੇ ਜਾਣਾ, ਕੋਈ ਐਵੇਂ ਸ਼ੌਕ ਨਾਲ ਥੋੜੀ ਜਾਣਾ। ਠੀਕ ਹੈ ਜੀ। ਉੱਥੇ ਹੁਣ ਕਈ ਵਾਰੀ ਕੀ ਹੁੰਦਾ ਗੁਪਤਾ ਜੀ, ਤੁਹਾਡੀ ਡਾਕਟਰ ਨਾਲ ਮੀਟਿੰਗ ਹੈਗੀ ਆ, ਉਹ ਤੁਸੀਂ ਸੋਚਦੇ ਹੋ ਕਿ 15 ਮਿੰਟ 'ਚ ਮੈਂ ਫ੍ਰੀ ਹੋ ਜਾਣਾ, ਜਾਂ 15 ਮਿੰਟ ਵੱਧ ਤੋਂ ਮੈਂ ਐਡਵਾਂਸ ਚੱਲ ਜਾਂਦਾ, ਅੱਧੇ ਘੰਟੇ 'ਚ ਫ੍ਰੀ ਹੋ ਜਾਊ, ਤੁਹਾਨੂੰ ਉੱਥੇ 4 ਘੰਟੇ ਲੱਗ ਜਾਣ। ਠੀਕ ਹੈ ਜੀ। ਉਹ ਤਾਂ ਠੀਕ ਹੀ ਹੈ। ਘੱਟੋ ਘੱਟ ਇਹ ਤੁਹਾਨੂੰ ਪਤਾ ਹੋਵੇ ਬੰਦੇ ਨੂੰ ਕਿ ਮੈਨੂੰ ਫਸਟ ਆਵਰ ਜਾਂ ਅਦਰਵਾਈਜ਼ ਹੀ ਹਸਪੀਟਲ ਦੇ ਆਲੇ ਦੁਆਲੇ, ਜੇ ਮੈਂ ਹਸਪੀਟਲ 'ਚ ਕਲੀਨਿਕ ਵਿੱਚ ਗਿਆ ਹੋਇਆ ਵਾਂ ਤੇ ਮੈਨੂੰ ਇਹ ਪਾਰਕਿੰਗ ਦੀ ਸਹੂਲਤ ਫ੍ਰੀ ਹੈਗੀ ਆ। ਹਾਂ, ਜੇ ਤਾਂ ਉੱਥੇ ਹਸਪੀਟਲ ਵਾਲਿਆਂ ਦਾ ਆਪਣਾ ਇੰਤਜ਼ਾਮ ਹੈ, ਜਿਵੇਂ ਇੱਥੇ ਇੱਕ ਹੈਗਾ ਜੀ ਨੋਟਰੀ ਡੈਮ ਨੋਟਰੀ ਡੈਮ ਤੇ ਹੈਗੀ ਇੱਕ ਮੈਨੀਟੋਬਾ ਕਲੀਨਿਕ ਹੈਗੀ ਹੈ, ਉੱਥੇ ਮੈਨੀਟੋਬਾ ਕਲੀਨਿਕ ਦੇ ਵਿੱਚ ਹੀ ਉਹਨਾਂ ਦੀ ਨਾਲ ਹੀ ਪਾਰਕਿੰਗ ਹੈ। ਠੀਕ ਹੈ ਜੀ। ਡਜ਼ਨਟ ਮੈਟਰ ਉਹ ਡਾਲਰ ਦੀ ਆ ਜਾਂ $2 ਦੀ ਆ ਜਾਂ $4 ਦੀ ਆ। ਠੀਕ ਹੈ ਜੀ। ਉੱਥੇ ਆਪਣੀ ਸਹੂਲਤ ਹੈਗੀ ਹੈ, ਪਰ ਬਹੁਤ ਸਾਰੇ ਕਲੀਨਿਕ ਦੇ ਲਾਗੇ ਸਹੂਲਤ ਹੈ ਨਹੀਂ। ਠੀਕ ਹੈ ਜੀ। ਡਾਊਨਟਾਊਨ ਵਿੱਚ ਕੁਛ ਇਦਾਂ ਦੀਆਂ ਕਲੀਨਿਕਸ ਹੈਗੀਆਂ ਵਾ ਜਿੱਥੇ ਇਹ ਸਹੂਲਤ ਹੈ ਨਹੀਂ। ਉੱਥੇ ਜੇ ਸਹੂਲਤ ਨਹੀਂ ਹੈਗੀ ਤੇ ਸਰਕਾਰ ਨੂੰ ਚਾਹੀਦਾ, ਸਿਟੀ ਨੂੰ, ਕਿਉਂਕਿ ਸਿਟੀ ਦੇ ਅੰਡਰ ਸਾਰੀ ਗੱਲ ਆਉਂਦੀ ਹੈ, ਸਿਟੀ ਨੂੰ ਚਾਹੀਦਾ ਕਿ ਇਹ सहूलत प्रोवाइड करे। नहीं, जो हॉस्पिटल की पार्किंग है वो तो प्रोविंशियल के अंडर है ना, सिटी के अंडर नहीं है। ਜਿਹਦੇ ਵੀ ਅੰਡਰ ਜਿਹਦੇ ਵੀ ਅੰਡਰ ਹੈ ਉਹ ਇਸ ਗੱਲ ਦਾ ਧਿਆਨ ਰੱਖੇ। इट शुड बी सब्सिडाइज्ड। जो हॉस्पिटल की खासकर जो है उसको गौर करना चाहिए गवर्नमेंट को कि थोड़ा महंगी ना हो, थोड़ा रीजनेबल हो। तो ਬੰਦਾ ਤਾਂ ਪਹਿਲਾਂ ਹੀ ਪਰੇਸ਼ਾਨ ਹੁੰਦਾ ਜੀ, ਉਹਦੇ ਮੈਂਟਲ ਸਟ੍ਰੈਸ ਲੈ ਕੇ ਜਾਵੇ ਪਹਿਲਾਂ ਵੀ ਪਾਰਕਿੰਗ ਮੈਨੂੰ ਇੰਨੀ ਪੈ ਜਾਣੀ ਆ ਜਾਂ ਹੋਰ। ਇਹਨਾਂ ਗੱਲਾਂ ਨੂੰ ਇਹ ਕਈ ਵਾਰੀ ਹੁੰਦੀਆਂ ਛੋਟੀਆਂ ਛੋਟੀਆਂ ਜੀ, ਪਰ ਇਹਨਾਂ ਗੱਲਾਂ ਦੀ ਕੀਮਤ ਬਹੁਤ ਹੈ, ਲੋਕਾਂ ਨੂੰ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ। ਤਾਂ ਮੈਂ ਤੁਹਾਡੇ ਨਾਲ ਇਸੇ ਕਰਕੇ ਇਸ ਸਬਜੈਕਟ ਦੇ ਉੱਤੇ ਗੱਲ ਕਰ ਰਿਹਾ ਕਿ ਤੁਸੀਂ ਵਿਨੀਪੈਗ 'ਚ ਬੜੇ ਪੁਰਾਣੇ ਆਏ ਹੋਏ ਹੋ ਤੇ ਤੁਹਾਡੀ ਇਹ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਵੀ, ਲੋਕਾਂ ਦੀ ਆਵਾਜ਼ ਹੈ, ਇਹ ਇਹਨਾਂ ਨੁਮਾਇੰਦਿਆਂ ਤੱਕ, ਸਾਡਿਆਂ तक पहुंचनी चाहिए। बड़े अच्छे मौजूद पे आपने बात की है। सामिन नाजरीन अपनी राय से हमें जरूर नवाजिएगा। आपको ये प्रोग्राम कैसा लगा, हमारे स्टूडियो में फ़ोन करें। थैंक यू। वॉइस ऑफ इंडिया के साथ जुड़ने के लिए आपका बहुत बहुत शुक्रिया। थैंक यू।